ਸਤਿ ਸ਼੍ਰੀ ਅਕਾਲ ਗੁਰੂ ਜੀ ਤੇ ਸਾਧ ਸੰਗਤ ਜੀ। ਆਓ 23ਵੀਂ ਅਸ਼ਟਪਦੀ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰੀਏ। ਬਾਣੀ ਅਗਾਧ ਬੋਧ ਹੈ। ਇਹਦੇ ਪੂਰਨ ਅਰਥ ਸਮਝਣਾ ਮਨੁੱਖੀ ਸਮਝ ਤੋਂ ਪਰੇ ਹੈ, ਪਰ ਫਿਰ ਵੀ ਅਸੀਂ ਸਭ ਨੇ ਇਹ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਬਾਣੀ ਦੇ ਅਰਥ ਸਮਝੇ ਜਾਣ ਤੇ ਇਸ ਅਸ਼ਟਪਦੀ ਵਿੱਚ ਪ੍ਰਮਾਤਮਾ ਸਾਨੂੰ ਸਫਲ ਗਿਆਨ ਨਿਰੂਪਣ ਕਰਦੇ ਹਨ ਤੇ ਉਸ ਗਿਆਨਵਾਨ ਦੀ ਦ੍ਰਿਸ਼ਟੀ ਦਾ ਵਰਣਨ ਕਰ ਰਹੇ ਹਨ। ਸ਼ਲੋਕ। ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਗੁਰੂ ਸਾਹਿਬ ਕਹਿੰਦੇ ਹਨ ਸਾਡੇ ਮਨ ਵਿੱਚ ਪ੍ਰਕਾਸ਼ ਹੋ ਗਿਆ ਹੈ, ਇਸ ਤਰ੍ਹਾਂ ਕਿ ਪਹਿਲਾਂ ਵਾਹਿਗੁਰੂ ਦੀ ਕਿਰਪਾ ਹੋਈ, ਕਿਰਪਾ ਨਾਲ ਗੁਰੂ ਦਾ ਮਿਲਾਪ ਪ੍ਰਾਪਤ ਹੋਇਆ, ਗੁਰੂ ਨੇ ਸਾਨੂੰ ਗਿਆਨ ਰੂਪੀ ਸੁਰਮਾ ਬਖਸ਼ਿਆ, ਇਹ ਮਨ ਰੂਪੀ ਅੱਖਾਂ ਵਿੱਚ ਅਸੀਂ ਪਾਇਆ ਤੇ ਅਗਿਆਨ ਰੂਪੀ ਹਨੇਰੇ ਦਾ ਨਾਸ਼ ਹੋ ਗਿਆ। ਅਸ਼ਟਪਦੀ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭ ਕਾ ਲਾਗਾ ਮੀਠਾ, ਸਗਲ ਸਮਗਰੀ ਏਕਸ ਕਟ ਮਾਹੇ, ਅਨੇਕ ਰੰਗ ਨਾਨਾ दृष्टाए, नौनिध अमृत प्रभ का नाम, देही में इसका विश्राम, सुन समाद अनहत तहनाद, कहन न जाई अचरत बिस्माद, तिन देखिया जिस आप दिखाए, नानक तिस जन सोची पाए। ਗੁਰੂ ਸਾਹਿਬ ਇਸ ਪਹਿਲੇ ਅੰਗ ਵਿੱਚ ਇਹ ਫਰਮਾਉਂਦੇ ਹਨ ਕਿ ਸੰਤ ਦੀ ਕਿਰਪਾ ਨਾਲ ਅੰਤਰਮੁਖ ਕਹਿ ਕੇ ਪ੍ਰਾਪਤ ਹੁੰਦਾ ਹੈ। ਅਨਹਤ ਨਾਦ, ਵਿਸਮਾਦ, ਸੁਣ ਸਮਾਧੀ ਤੇ ਸੋਝੀ ਦਾ ਗਿਆਨ ਪ੍ਰਾਪਤ ਹੁੰਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਸਤਸੰਗ ਨਾਲ ਪਹਿਲਾਂ ਪ੍ਰਭੂ ਦਾ ਨਾਮ ਮਿੱਠਾ ਲੱਗਦਾ ਹੈ, ਫਿਰ ਉਹ ਪ੍ਰਭੂ ਆਪਣੇ ਅੰਦਰ ਹੀ ਦਿਸ ਪੈਂਦਾ ਹੈ। ਫਿਰ ਕਹਿ ਕੇ ਬਾਰ-ਬਾਰ ਸਾਰੀ ਸਮੱਗਰੀ ਸਾਨੂੰ ਅੰਦਰ ਹੀ ਦਿਸਦੀ ਹੈ। ਪ੍ਰਮਾਤਮਾ ਦੇ ਅਨੇਕਾਂ ਰੰਗਾਂ ਰੂਪਾਂ ਵਾਲੀ ਇਹ ਸਭ ਸ੍ਰਿਸ਼ਟੀ ਉਹੀ ਦਿਖਦਾ ਹੈ ਸਾਰੀ ਸ੍ਰਿਸ਼ਟੀ 'ਚ। ਇਹ ਸਾਰੀ ਉਸ ਪ੍ਰਭ ਇੱਕ ਦੇ ਹਿਰਦੇ ਵਿੱਚ ਹੈ ਸ੍ਰਿਸ਼ਟੀ। ਫਿਰ ਕੀ ਪ੍ਰਭੂ ਦਾ ਨਾਮ ਜੋ ਗੁਰੂ ਨੇ ਦਿੱਤਾ ਸੀ ਅਤ ਅਮੋਲਕ ਤੇ ਮਿੱਠਾ ਲੱਗਣ ਲੱਗ ਜਾਂਦਾ ਹੈ। ਇਸ ਦਾ ਟਿਕਾਣਾ ਤਾਂ ਦੇ ਵਿੱਚ ਹੀ ਹੈ। ਉਹ ਥਾਵੇਂ ਕੀ ਡਿੱਠਾ ਕਿ ਅਨਹਦ ਨਾਦ ਤੇ ਸੁਨ ਸਮਾਧੀ ਦਾ ਟਿਕਾਣਾ ਵੀ ਇਹ ਹੈ ਜਿਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਅਸਚਰਜ ਹੈ ਤੇ ਦੇਖਣ ਵਾਲੇ ਨੂੰ ਵਿਸਮਾਦ ਰੂਪ ਕਰ ਦਿੰਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਇਹ ਵਿਸਮਾਦੀ ਝਲਕਾਂ ਕੇਵਲ ਉਸ ਨੂੰ ਹੀ ਦਿਸਦੀਆਂ ਹਨ ਜਿਸ ਨੂੰ ਪ੍ਰਭੂ ਆਪ ਦਿਖਾਉਂਦਾ ਹੈ, ਤੇ ਇਸ ਦਾ ਠੀਕ ਸਮਝ ਸੋਝੀ ਵੀ ਉਸੀ ਜਨ ਨੂੰ ਹੀ ਦਿੰਦਾ ਹੈ ਜਿਹਦੇ ਉੱਤੇ ਉਹ ਆਪ ਕਿਰਪਾ ਕਰਦਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ, ਤਰਨ ਮਾਹੇ ਆਕਾਸ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬੰਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੇਸੰਤਰ ਮਾਹੀ, ਚਾਰ ਕੁੰਡ ਦੈ ਦਿਸੇ ਸਮਾਹੀ, ਤਿਸਤੇ ਪਿਨ ਨਾਹੀ ਕੋ ਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ। ਗੁਰੂ ਸਾਹਿਬ ਕਹਿੰਦੇ ਹਨ ਇਸ ਪਿੱਛੇ ਸੋਝੀ ਵਾਲਾ ਕੀ ਦੇਖਦਾ ਹੈ ਕਿ ਉਹ ਅਨੰਤ ਮੇਰੇ ਅੰਦਰ ਹੈ, ਉਹੀ ਬਾਹਰ ਹੈ। ਘਟ ਵਿੱਚ ਭਾਵ ਹੋਰਨਾਂ ਸਭਨਾਂ ਵਿੱਚ ਵੀ ਉਹੀ ਭਗਵੰਤ ਵਿਆਪਤ ਹੈ। ਧਰਤੀ ਆਕਾਸ਼ ਪਤਾਲ ਤੇ ਸਾਰੇ ਲੋਕਾਂ ਵਿੱਚ ਵੀ ਉਹੀ ਹੈ। ਉਹੀ ਸਭ ਕੁਝ ਦੀ ਪ੍ਰਤਪਾਲਤਾ ਕਰਨ ਵਾਲਾ ਈਸ਼ਵਰ ਹੈ। ਉਹ ਪਾਰ ਬ੍ਰਹਮ ਹੈ। ਫਿਰ ਪਰਬਤਾਂ, ਜੰਗਲਾਂ ਤੇ ਘਾਹ ਦੀਆਂ ਤੀਲੀਆਂ ਵਿੱਚ ਵੀ ਮੌਜੂਦ ਹੈ। ਜੈਸੀ ਉਸ ਪ੍ਰਭ ਦੀ ਆਗਿਆ ਹੈ ਤੈਸਾ ਕਰਮ ਹੈ। ਸਾਰੇ ਜਗਤ ਪ੍ਰਬੰਧ ਵਿੱਚ ਹੋ ਰਿਹਾ ਹੈ। ਉਹ ਹਵਾ, ਪਾਣੀ, ਅਗਨੀ ਚੌਹਾਂ ਕੁੰਟਾਂ ਤੇ 10 ਦਿਸ਼ਾ ਵਿੱਚ ਆਪ ਹੀ ਸਮਾ ਰਿਹਾ ਹੈ। ਉਸ ਤੋਂ ਅੱਡ ਕੋਈ ਥਾਂ ਹੀ ਨਹੀਂ। ਗੁਰੂ ਸਾਹਿਬ ਕਹਿੰਦੇ ਹਨ ਕਿ ਇਹ ਦ੍ਰਿਸ਼ਟੀ ਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ ਅਤੇ ਇਸ ਗਿਆਨ ਦੀ ਦ੍ਰਿਸ਼ਟੀ ਦਾ ਬਹੁਤ ਸੁਖ ਪ੍ਰਾਪਤ ਹੁੰਦਾ ਹੈ। वेद पुराण स्मृति में देख, ससियर सूर नखतर में एक, बाणी प्रभ की सबको बोले, आप अडोल न कभू डोले, सरब कला कर खेले खेल, मोल न पाइए गुणे अनमोल, सरब जोत में जाकी जोत, तार रहो स्वामी ओत पोत, गुर प्रसाद परम का नास, नानक दिन में एक बिसास। गुरु साहब कहते हैं कि ਗਿਆਨਮਈ ਪੁਸਤਕਾਂ, ਵੇਦਾਂ, ਪੁਰਾਣਾਂ, ਸਿਮਰਤੀਆਂ ਵਿੱਚ ਦੇਖ ਕੁਦਰਤੀ
ਜਲਵੇ ਜੈਸੇ ਚੰਦ, ਸੂਰਜ, ਤਾਰੇ, ਇਹ ਸਾਰੇ ਇੱਕੋ ਪਰਮਾਤਮਾ ਦੇ ਹੀ ਬਣਾਏ ਹੋਏ ਹਨ ਤੇ ਉਹੀ ਪੂਰਨ ਹੈ। ਸਭ ਕੋਈ ਪ੍ਰਭੂ ਦੀ ਬਾਣੀ ਹੀ ਬੋਲਦਾ ਹੈ, ਪਰ ਅਨੁਭਵ ਕਰਕੇ ਦੇਖ ਕੇ ਉਹ ਪਰਮੇਸ਼ਵਰ ਫਿਰ ਆਪ ਅਡੋਲ ਹੈ, ਕਦੇ ਡੋਲਦਾ ਨਹੀਂ। ਚਾਹੇ ਆਪ ਹੀ ਸਾਰੀਆਂ ਕਲਾ ਕਰਕੇ ਖੇਡਾਂ ਖੇਡ ਰਿਹਾ ਹੈ, ਜਦੋਂ ਖੇਲ ਖੇਲਦਾ ਹੈ ਤਾਂ ਗੁਣਾ ਕਰਕੇ ਵੀ ਅਮੋਲਕ ਹੁੰਦਾ ਹੈ ਅਤੇ ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ। ਸਭ ਪ੍ਰਕਾਸ਼ਾਂ ਵਿੱਚ ਉਸਦਾ ਹੀ ਪ੍ਰਕਾਸ਼ ਹੈ। ਮਾਲਕ ਹੈ ਉਹ ਤੇ ਤਾਣੇ ਪੇਟੇ ਵਾਂਗੂ ਹੋ ਕੇ ਸਭ ਕੁਝ ਧਾਰ ਰਿਹਾ ਹੈ। ਲੇਕਿਨ ਗੁਰੂ ਸਾਹਿਬ ਕਹਿੰਦੇ ਹਨ, ਇਹ ਨਿਸ਼ਚਾ ਉਹਨਾਂ ਵਿੱਚ ਦ੍ਰਿੜ ਹੁੰਦਾ ਹੈ ਗੁਰੂ ਦੀ ਕਿਰਪਾ ਨਾਲ, ਜਿਨ੍ਹਾਂ ਦੇ ਅੰਦਰੋਂ ਭਰਮ ਦਾ ਨਾਸ਼ ਹੋ ਜਾਂਦਾ ਹੈ, ਜਿਨ੍ਹਾਂ ਨੂੰ ਗਿਆਨ ਅੰਜਨ ਦੀਆਂ ਉੱਪਰਲੇ ਸ਼ਲੋਕ ਵਿੱਚ ਜੋ ਦੱਸੇ ਗਏ ਹੈ ਉਹ ਅੱਖਾਂ ਦਿਖ ਜਾਂਦੀਆਂ ਹੈ ਜਦੋਂ ਗਿਆਨ ਰੂਪੀ ਸੁਰਮਾ ਅੱਖਾਂ 'ਚ ਪੈਂਦਾ ਹੈ। ਸੰਤ ਜਨਾ ਕਾ ਪੇਖਨ ਸਭ ਪਰਮ, ਸੰਤ ਜਨਾ ਕੇ ਹਿਰਦੇ ਸਭ ਧਰਮ, ਸੰਤ ਜਨਾ ਸੁਨੇ ਸਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਣੇ, ਕਰਨ ਕਰਾਵਣ ਹਾਰ ਪ੍ਰਭ ਜਾਣੇ, ਅੰਤਰ ਬਸੇ ਬਾਹਰ ਵੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਗੁਰੂ ਸਾਹਿਬ ਕਹਿੰਦੇ ਹਨ, ਜਿਨ੍ਹਾਂ ਨੂੰ ਗਿਆਨ ਅੰਜਨ ਨਾਲ ਪ੍ਰਗਾਸ ਹੋਇਆ ਹੈ ਉਹ ਸੰਤ ਜਨ, ਉਹਨਾਂ ਦੀ ਰਹਿਤ ਇਹ ਹੈ ਕਿ ਸਾਰੇ ਵਿਆਪਕ ਪਰਮੇਸ਼ਵਰ ਨਾਲ ਹਰ ਵੇਲੇ ਉਹ ਰੁੱਝੇ ਰਹਿੰਦੇ ਹਨ। ਸੰਤ ਜਨਾਂ ਦਾ ਇਹ ਦੇਖਣਾ ਹੈ, ਸਭ ਬ੍ਰਹਮ ਦਾ ਦੇਖਣਾ ਹੈ। ਸੰਤ ਜਨ ਜੋ ਸੁਣਦੇ ਹਨ ਉਹ ਸਭ ਲਈ ਪ੍ਰਮਾਤਮਾ ਦੇ ਸ਼ੁਭ ਬਚਨ ਸੁਣਦੇ ਹਨ। ਸੰਤ ਜਨਾਂ ਦੇ ਹਿਰਦੇ ਵਿੱਚ ਸੰਪੂਰਨ ਧਰਮ ਹੀ ਹੁੰਦਾ ਹੈ। ਇਸ ਕਰਕੇ ਸਾਧੂ ਜੋ ਬਚਨ ਕਹਿੰਦੇ ਹਨ ਸਾਰੇ ਸੱਚੇ ਵਚਨ ਹੁੰਦੇ ਹਨ, ਕਿਉਂਕਿ ਜਿਸਨੇ ਪਰਮੇਸ਼ਵਰ ਨੂੰ ਜਾਣ ਲਿਆ ਹੈ ਉਸ ਦੇ ਉੱਪਰ ਉਸੀ ਦਾ ਅਸਰ ਹੈ। ਉਹ ਉਹੀ ਕਹਿੰਦਾ ਹੈ ਜੋ ਮਾਲਿਕ ਉਸ ਤੋਂ ਕਹਾਉਂਦਾ ਹੈ। ਫਿਰ ਜੋ ਕੁਝ ਉਹਨਾਂ ਨਾਲ ਹੁੰਦਾ ਹੈ ਉਸਨੂੰ ਉਹ ਸੁੱਖ ਕਰਕੇ ਮੰਨਦੇ ਹਨ, ਕਿਉਂਕਿ ਪਰਮੇਸ਼ਵਰ ਨੂੰ ਹੀ ਉਹ ਮੂਲ ਵਿੱਚ ਕਰਨ ਕਰਾਉਣ ਹਾਰ ਜਾਣਦੇ ਹਨ। ਅੰਦਰ ਵੀ ਉਹੀ ਦਿਸਦਾ ਹੈ, ਬਾਹਰ ਵੀ ਉਹੀ ਵਸਦਾ ਹੈ। ਇਹ ਦਰਸ਼ਨ ਜਿਨ੍ਹਾਂ ਨੇ ਦੇਖ ਲਏ ਹੈ ਉਹ ਜਿਗਿਆਸੂ ਰੂਪ ਦਰਸ਼ਨ ਵਿੱਚ ਹੀ ਮੋਇਆ ਰਹਿੰਦਾ ਹੈ ਪ੍ਰਮਾਤਮਾ ਦੇ, ਤੇ ਉਸ ਨੂੰ ਹਰ ਸਮੇਂ ਪਰਮਾਤਮਾ ਆਪਣੇ ਸਾਹਮਣੇ ਦਿਸਦਾ ਹੈ। ਗੁਰੂ ਸਾਹਿਬ ਇਸ ਪਦੇ ਵਿੱਚ ਇਹ ਸਮਝਾ ਰਹੇ ਹਨ। ਸਤ ਕੀਆ ਸਭ ਸਤ, ਤਿਸ ਪ੍ਰਭ ਕੀ ਸਗਲੀ ਉਤਪਤ, ਤਿਸ ਭਾਵੇ ਤਾਂ ਕਰੇ ਵਿਸਥਾਰ, ਤਿਸ ਭਾਵੇ ਤਾਂ ਏਕੰਕਾਰ, ਅਨੇਕ ਕਲਾ ਲਖੀ ਨ ਜਾਏ, ਜਿਸ ਭਾਵੇ ਤਿਸ ਲਏ ਮਿਲਾਏ, ਕਵਨ ਨਿਕਟ ਕਵਨ ਕਹੀਏ ਦੂਰ, ਆਪੇ ਆਪ ਰਿਹਾ ਭਰਪੂਰ, ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ। ਗੁਰੂ ਸਾਹਿਬ ਇਸ ਪਦੇ ਵਿੱਚ ਕਹਿ ਰਹੇ ਹਨ, ਉਹ ਸੱਤ ਦਾ ਰੂਪ ਹੈ, ਉਸ ਦਾ ਕੀਤਾ ਵੀ ਸੱਤ ਹੈ, ਪਰ ਉਸ ਦੀਆਂ ਸ਼ਕਤੀਆਂ ਅਲੱਖ ਹਨ। ਪਰ ਜਿਸ ਨੂੰ ਚਾਹੇ ਉਹ ਸੋਝੀ ਪਾ ਦਿੰਦਾ ਹੈ ਪ੍ਰਮਾਤਮਾ। ਉਹ ਪ੍ਰਭੂ ਜੀ ਆਪ ਹੀ ਸੱਤ ਹਨ। ਉਹਨਾਂ ਨੇ ਜੋ ਰਚਿਆ ਹੈ ਉਹ ਸਭ ਸੱਤ ਹੈ। ਉਸ ਸੱਤ ਸਰੂਪ ਪ੍ਰਭ ਤੋਂ ਹੀ ਸਾਰੀ ਉਤਪੱਤੀ ਹੋਈ ਹੈ। ਭਾਵ ਇਹ ਸਾਰਾ ਜਗਤ ਜੋ ਹੈ ਉਹ ਵਾਹਿਗੁਰੂ ਰੂਪੀ ਹੋਂਦ ਤੋਂ ਬਣਿਆ ਹੈ, ਅਣਹੋਂਦ ਤੋਂ ਨਹੀਂ। ਉਸ ਨੂੰ ਭਾਵੇਂ ਤਾਂ ਪਸਾਰਾ ਖਲੇਰ ਦਿੰਦਾ ਹੈ, ਉਸ ਨੂੰ ਭਾਵੇਂ ਤਾਂ ਇੱਕ ਸਰੂਪ ਹੋ ਜਾਂਦਾ ਹੈ। ਇਹ ਕਿਸ ਤਰ੍ਹਾਂ ਹੁੰਦਾ ਹੈ? ਉੱਤਰ ਇਹਦਾ ਪ੍ਰਮਾਤਮਾ ਇਸ ਪਦੇ ਵਿੱਚ ਦੇ ਰਹੇ ਹਨ ਕਿ ਉਸ ਦੀਆਂ ਅਨੇਕਾਂ ਪ੍ਰਕਾਰ ਦੀਆਂ ਸ਼ਕਤੀਆਂ ਹਨ ਜੋ ਲਿਖੀਆਂ ਨਹੀਂ ਜਾ ਸਕਦੀਆਂ। ਇਸ ਪਸਾਰੇ ਵਿੱਚੋਂ ਜਿਸ ਨੂੰ ਉਹ ਚਾਹੇ ਉਸ ਨੂੰ ਆਪਣੇ ਆਪ ਨਾਲ ਮਿਲਾ ਲੈਂਦਾ ਹੈ। ਇਸ ਕਰਕੇ ਕਿਸ ਨੂੰ ਉਸ ਦੇ ਨੇੜੇ ਤੇ ਕਿਸ ਨੂੰ ਉਸ ਦੇ ਦੂਰ ਕਹੀਏ, ਜਦ ਕਿ ਉਹ ਆਪ ਹੀ ਆਪੇ ਸਾਰੇ ਭਰਪੂਰ ਹੋ ਰਿਹਾ ਹੈ। ਪਰ ਇਹ ਸਾਰੀ ਜਗ੍ਹਾ ਵਿਆਪਕ ਹੋਣਾ ਜੋ ਪ੍ਰਮਾਤਮਾ ਦੀ ਆਪਣੀ ਹੋਂਦ ਹੈ ਉਹ ਸਮਝਾ ਰਹੇ ਹਨ ਪ੍ਰਮਾਤਮਾ ਸਾਨੂੰ ਇੱਥੇ। ਸੋਝੀ ਉਸ ਪੁਰਖ ਨੂੰ ਹੀ ਦਿੰਦਾ ਪ੍ਰਮਾਤਮਾ ਜਿਸ ਨੂੰ ਉਹ ਆਪ ਚਾਹੇ, ਜਿਸ ਦੇ ਉੱਤੇ ਉਹਦੀ ਆਪ ਨਦਰ ਹੋਏ। ਇੱਥੇ ਸਾਨੂੰ ਗੁਰੂ ਸਾਹਿਬ ਇਹੀ ਸਮਝਾ ਰਹੇ ਹਨ। ਸਰਬ ਭੂਤ ਆਪ ਵਰਤਾਰਾ, ਸਰਬ ਨੈਣਾ ਪੇਖਨਹਾਰਾ, ਸਗਲ ਸਮਗਰੀ ਜਾਕਾ ਤਨਾ, ਆਪਸ ਜਸ ਆਪ ਹੀ ਸੁਨਾ, ਆਵਨ ਜਾਨ ਖੇਲ बनाया, आज्ञाकारी कीनी माया, सबके मद अल्प तो रहे, जो किच कहना सो आपे कहे, आज्ञा आवे आज्ञा जाए, नानक जा भावे ता लय समाए।
ਗੁਰੂ ਸਾਹਿਬ ਕਹਿੰਦੇ ਹਨ, ਸਾਰੇ ਜੀਵਾਂ ਵਿੱਚ ਉਹ ਆਪ ਹੀ ਵਰਤਣ ਵਾਲਾ ਹੈ। ਸਾਰੇ ਨੈਣ ਉਸਦੇ ਹਨ, ਉਹੀ ਉਹਨਾਂ ਨੈਣਾ ਥਾਹੀਂ ਸਭ ਨੂੰ ਦੇਖਦਾ ਹੈ। ਸਾਰੀ ਰਚਨਾ ਉਸਦਾ ਸਰੀਰ ਹੈ ਤੇ ਉਸ ਵਿੱਚ ਵਸਣ ਵਾਲਾ ਹੈ। ਸਾਰਾ ਜਸ ਜੋ ਉਸਦਾ ਹੋ ਰਿਹਾ ਹੈ ਉਹ ਉਸਦਾ ਆਪਣਾ ਕੀਤਾ ਹੋਇਆ ਹੈ ਤੇ ਉਹ ਆਪ ਹੀ ਉਸਨੂੰ ਸੁਣ ਰਿਹਾ ਹੈ। ਆਉਣਾ ਜਾਣਾ ਉਸਨੇ ਇੱਕ ਖੇਲ ਬਣਾਇਆ ਹੈ। ਇਸ ਖੇਲ ਨੂੰ ਚਲਾਉਣ ਵਾਸਤੇ ਉਸਨੇ ਆਪਣੀ ਆਗਿਆ ਅਨੁਸਾਰ ਮਾਇਆ ਰਚੀ ਹੈ। ਅਸੀਂ ਇਹ ਕਹਿ ਸਕਦੇ ਹਾਂ ਕਿ ਸਭ ਵਿੱਚ ਉਹ ਆਪ ਹੀ ਰਹਿੰਦਾ ਹੈ, ਫਿਰ ਅਲਿਪਤ ਹੋ ਜਾਂਦਾ ਹੈ। ਅਸਚਰਜ ਦੀ ਗੱਲ ਹੈ ਕਿ ਖਿਲਾਰਿਆਂ ਦੇ ਵਿੱਚ ਹੋ ਕੇ ਜੋ ਕੁਝ ਕਹਿਣਾ ਹੁੰਦਾ ਹੈ ਉਹ ਆਪ ਹੀ ਕਹਿੰਦਾ ਹੈ। ਇਹ ਖਿਲਾਰਾ ਵੀ ਜੀਵ ਉਸਦੀ ਆਗਿਆ ਦੇ ਵਿੱਚ ਬੰਨਿਆ ਹੋਇਆ ਹੀ ਆਉਂਦਾ ਹੈ ਤੇ ਆਗਿਆ ਵਿੱਚ ਬੰਨਿਆ ਹੋਏ ਹੀ ਇਸ ਸੰਸਾਰ ਤੋਂ ਚਲਾ ਜਾਂਦਾ ਹੈ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹਨ, ਜਦ ਉਸ ਨੂੰ ਭਾਉਂਦਾ ਹੈ ਕਿ ਖੇਲ ਨੂੰ ਸਮੇਟ ਲਵਾਂ ਤਾਂ ਉਹ ਸਾਰੇ ਖੇਲ ਨੂੰ ਸਮੇਟ ਲੈਂਦੇ ਹਨ ਤੇ ਸਾਰੇ ਖੇਲਣ ਹਾਰਿਆਂ ਨੂੰ ਆਪਣੇ ਵਿੱਚ ਲੀਨ ਕਰ ਲੈਂਦੇ ਹਨ। ਇਸ ਤੇ ਹੋਏ ਸੋ ਨਾਹੀ ਬੁਰਾ, ਉਹ ਕਹੋ ਕਿਨੇ ਕੁਛ ਕਰਾ, ਆਪ ਭਲਾ ਕਰਤੂਤ ਅਤ ਨੀਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗਰਾਜ, ਤਾकि गतमित कहीं न जाए, दूसर होए ता सोझी पाए, तिसका किया सब परवान, गुर प्रसाद नानक ਇਹ ਜਾਨ। ਗੁਰੂ ਸਾਹਿਬ ਇਸ ਪਦੇ ਵਿੱਚ ਦੱਸ ਰਹੇ ਹਨ ਕਿ ਨੇਕੀ ਕਰਨ ਦਾ ਭਾਵ ਕੀ ਹੈ ਤੇ ਫਾਇਦਾ ਕੀ ਹੈ, ਇਹੀ ਉਪਦੇਸ਼ ਦੇ ਰਹੇ ਹਨ ਉਹ। ਇੱਥੇ ਗੁਰੂ ਸਾਹਿਬ ਕਹਿੰਦੇ ਹਨ, ਇਸ ਪ੍ਰਭ ਤੋਂ ਜੋ ਕੁਝ ਹੁੰਦਾ ਹੈ ਉਹ ਬੁਰਾ ਨਹੀਂ। ਹਰ ਕਿਸੇ ਨੇ ਦੱਸ ਕੇ ਜੋ ਕੁਝ ਕੀਤਾ ਹੈ ਤਾਂ ਕੀ ਕੀਤਾ ਹੈ, ਫਿਰ ਪ੍ਰਭੂ ਆਪ ਹੀ ਭਲਾ ਹੈ ਔਰ ਉਸਦੀ ਕਰਨੀ ਸਭ ਕੁਝ ਭਲੀ ਹੈ। ਪਰ ਆਪਣੇ ਜੀ ਦੀ ਗੱਲਬਾਤ ਉਹ ਆਪ ਹੀ ਜਾਣਦਾ ਹੈ। ਆਪ ਸੱਚ ਹੈ, ਜਿਸ ਆਪਣੀ ਸਾਜੀ ਹੋਈ ਨੂੰ ਉਹ ਆਪ ਧਾਰ ਰਿਹਾ ਹੈ। ਉਹ ਵੀ ਸੱਚੇ ਦੀ ਧਾਰੀ ਹੋਣ ਕਰਕੇ ਸਭ ਸੱਚ ਹੈ। ਉਸ ਨਾਲੋਂ ਉਹ ਅੱਡ ਨਹੀਂ। ਉਸਨੇ ਇੱਥੇ ਸਤਾਣੇ ਪੇਟੇ ਵਾਂਗ ਆਪਣੇ ਆਪ ਨਾਲ ਇਸ ਧਰਤੀ ਨੂੰ ਰਚਿਆ ਹੈ। ਉਸਦੀ ਗਤਮਿਤ ਕਹੀ ਨਹੀਂ ਜਾ ਸਕਦੀ। ਦੂਸਰਾ ਕੋਈ ਜਿਹਾ ਵੀ ਹੋਵੇ, ਉਹ ਭਾਵੇਂ ਉਸਦੀ ਸੋਝੀ ਪਾ ਸਕੇ, ਉਸਦਾ ਸਭ ਕੁਝ ਕੀਤਾ ਹੀ ਯਥਾਰਥ ਹੈ। ਗੁਰੂ ਸਾਹਿਬ ਕਹਿੰਦੇ ਹਨ, ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਗੁਰੂ ਦੀ ਸਮਝ ਨਾਲ ਤੇ ਮਿਹਰ ਨਾਲ ਹੀ ਸਭ ਕੁਝ ਹੋ ਰਿਹਾ ਹੈ। ਇਹ ਹਮੇਸ਼ਾ ਸਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਗੁਰੂ ਦਾ ਪ੍ਰਸਾਦ ਹੈ ਤਾਂ ਸਾਡੇ 'ਤੇ ਕਿਰਪਾ ਹੋ ਰਹੀ ਹੈ। ਆਪਣੇ ਆਪ ਅਸੀਂ ਕੁਝ ਨਹੀਂ ਕਰ ਸਕਦੇ। ਸਭ ਕੁਝ ਉਹਨਾਂ ਦੇ ਹੀ ਮਿਹਰ ਰਹਿਮਤ ਨਾਲ ਹੁੰਦਾ ਹੈ। ਜੋ ਜਾਣੇ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੇ ਭਗਵੰਤ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਨਾਓ, ਜਨ ਕੇ ਸੰਗ ਚਿਤ ਆਵੇ ਨਾਉ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇਸ ਪਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹਨ ਕਿ ਗੱਲ ਸਮਝ ਲੈ ਕਿ ਗੁਰੂ ਦੀ ਮਿਹਰ ਨਾਲ ਹੀ ਤੈਨੂੰ ਸਭ ਕੁਝ ਮਿਲਦਾ ਹੈ ਤੇ ਜੀਵਨ ਮੁਕਤ ਦੇ ਲਕਸ਼ਣ ਜੋ ਪ੍ਰਭੂ ਉੱਪਰ ਕਹਿ ਰਹੇ ਹਨ ਸਾਨੂੰ ਪਿਛਲੇ ਪਦੇ ਵਿੱਚ, ਉਹ ਹਮੇਸ਼ਾ ਸੁਖੀ ਰਹਿੰਦਾ ਹੈ ਜਿਹਨੇ ਇਹ ਗੱਲ ਸਮਝ ਲਈ ਹੈ ਕਿ ਉਹ ਪ੍ਰਭੂ ਆਪੇ ਹੀ ਸਭ ਨੂੰ ਸਭ ਨਾਲ ਮਿਲਾਉਂਦਾ ਹੈ। ਉਹੀ ਪੁਰਖ ਧਨ ਵਾਲਾ ਹੈ, ਉੱਤਮ ਕੁਲ ਵਾਲਾ ਹੈ, ਇੱਜ਼ਤ ਵਾਲਾ ਹੈ ਤੇ ਜੀਵਨ ਮੁਕਤ ਹੈ, ਜਿਸ ਦੇ ਹਿਰਦੇ ਵਿੱਚ ਪਰਮੇਸ਼ਵਰ ਵਸਦਾ ਹੈ। ਉਹ ਪੁਰਖ ਧਨ ਹੈ, ਉਸਦਾ ਜੀਵਨ ਧਨ ਹੈ, ਉਸਦਾ ਆਇਆ ਇਸ ਦੁਨੀਆ 'ਤੇ ਇੱਕ ਧਨ ਹੈ ਜਿਸ ਦੀ ਕਿਰਪਾ ਕਰਕੇ ਸਾਰਾ ਜਗਤ ਤਰ ਜਾਂਦਾ ਹੈ। ਐਸੇ ਜਨ ਦੇ ਸੰਸਾਰ ਉੱਤੇ ਆਉਣ ਦਾ ਇਹੋ ਪ੍ਰਯੋਜਨ ਹੈ ਕਿ ਉਸ ਜਨ ਦੇ ਸੰਗ ਕਰਕੇ ਹੋਰ ਲੋਕ ਵੀ ਹਿਰਦੇ ਵਿੱਚ ਨਾਮ ਨੂੰ ਧਾਰਦੇ ਹਨ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹਨ, ਉਸ ਪੁਰਖ ਨੂੰ ਮੇਰੀ ਸਦਾ ਨਮਸਕਾਰ ਹੈ ਕਿ ਜੋ ਆਪ ਤਾਂ ਮੁਕਤੀ ਨੂੰ ਪ੍ਰਾਪਤ ਹੋਵੇਗਾ ਤੇ ਨਾਲ ਹੀ ਜਗਤ ਨੂੰ ਵੀ ਮੁਕਤੀ ਪ੍ਰਦਾਨ ਕਰਵਾਉਂਦਾ ਹੈ। ਸ਼ੁਕਰਾਨਾ ਗੁਰੂ ਜੀ ਮਹਾਰਾਜ, ਬੇਅੰਤ ਸ਼ੁਕਰਾਨਾ।